ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਵਿਪੁਲ ਉਜਵਲ ਹੈ ਅਤੇ ਮੈਂ ਸਟੇਟ ਕੋਵਿਡ ਕੰਟਰੋਲ ਰੂਮ ਦਾ ਮੈਂਬਰ ਹਾਂ। ਮੈਂ ਅੱਜ ਫਿਰ ਆਪ ਦੇ ਸਾਹਮਣੇ ਸਾਡਾ ਜਿਹੜਾ ਸਵਾਲ ਜਵਾਬ ਦਾ ਸਿਲਸਿਲਾ ਹੈ ਉਹ ਲੈ ਕੇ ਹਾਜ਼ਰ ਹੋਇਆ। ਜਿਵੇਂ ਕਿ ਆਪ ਜੀ ਸਾਰੇ ਜਾਣਦੇ ਹੋ ਕਿ ਅਸੀਂ ਡਿਫਰੈਂਟ ਵੱਖਰੇ ਸੋਸ਼ਲ ਪਲੇਟਫਾਰਮਾਂ ਤੋਂ ਸਾਨੂੰ ਜਿਹੜੇ ਸਵਾਲ ਮਿਲਦੇ ਨੇ, ਲੋਕਾਂ ਨੂੰ ਜਿਹੜੇ ਕੁਝ ਕੁਐਸਚਨ ਹੁੰਦੇ ਨੇ ਕਿ ਜਿਹੜੇ ਕੋਵਿਡ ਸੰਬੰਧਿਤ ਹੁੰਦੇ ਨੇ, ਕੋਰੋਨਾ ਦੀ ਵਾਇਰਸ ਨਾਲ ਸੰਬੰਧਿਤ ਹੁੰਦੇ ਨੇ, ਉਹਨਾਂ ਦਾ ਅਸੀਂ ਇਸ ਸੈਕਸ਼ਨ 'ਚ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਪਿਛਲੇ 1-2 ਦਿਨਾਂ ਤੋਂ ਸਾਡੇ ਕੋਲ ਸਵਾਲ ਪੁੱਛਿਆ ਜਾ ਰਿਹਾ ਹੈ। ਜਿਹੜੇ ਆਪਣੇ ਕਿਸਾਨ ਭਰਾ ਨੇ ਔਰ ਆੜਤੀਏ ਭਰਾ ਨੇ, ਹੋਰ ਜਿਹੜੇ ਮੰਡੀ 'ਚ ਕੰਮ ਕਰਨ ਵਾਲੇ ਲੋਕ ਨੇ, ਉਹ ਇਹ ਜਾਣਨਾ ਚਾਹੁੰਦੇ ਨੇ ਕਿ ਕੋਵਿਡ ਦੀ ਸਥਿਤੀ ਦੇ ਦੌਰਾਨ ਜਿਹੜੀ ਆਪਣੀ ਕਣਕ ਦੀ ਖਰੀਦ ਹੋ ਰਹੀ ਹੈ ਉਹਦੇ ਬਾਰੇ ਕਿਹੜੇ ਸਾਵਧਾਨੀਆਂ ਰੱਖਣੀ ਚਾਹੀਦੀਆਂ ਹੈ, ਸਰਕਾਰ ਦੀ ਕੀ ਹਦਾਇਤਾਂ ਹੈ, ਉਹਦੇ ਬਾਰੇ ਸਾਡੇ ਤੋਂ ਪੁੱਛਿਆ ਜਾ ਰਿਹਾ ਹੈ। ਉਹਦੇ ਬਾਰੇ ਅਸੀਂ ਅੱਜ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲਈ ਇੱਥੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ ਕੁਝ ਇੱਕ ਹਦਾਇਤਾਂ ਹੈ ਉਹ ਸਾਰੇ ਲੋਕਾਂ ਤੇ, ਜਨਰਲ ਲੋਕਾਂ ਤੇ ਲਾਗੂ ਹੁੰਦੀ ਹੈ। ਉਹਨਾਂ ਦਾ ਸਾਰੇ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਤੇ ਫਿਰ ਮੈਂ ਆਪ ਜੀ ਨੂੰ ਦੱਸਾਂਗਾ ਕਿ ਖਾਸ ਤੌਰ ਤੇ ਜੇ ਕਿਸਾਨ ਨੂੰ ਕਿਹੜੀ ਐਕਸਟਰਾ ਚੀਜ਼ ਦਾ ਧਿਆਨ ਰੱਖਣਾ ਹੈ ਜਾਂ ਜਿਹੜੇ ਕੰਬਾਈਨ ਆਪਰੇਟਰ ਹੈ ਉਹਨਾਂ ਨੂੰ ਵੱਖਰੀ ਜਿਹੜੀ ਚੀਜ਼ ਦਾ ਧਿਆਨ ਰੱਖਣਾ ਹੈ। ਸਭ ਤੋਂ ਪਹਿਲਾਂ ਤਾਂ ਕਾਮਨ ਹਦਾਇਤਾਂ ਹੈ ਜੀ, ਆਪਾਂ ਕਿਤੇ ਵੀ ਕੰਮ ਕਰਨਾ ਕੋਸ਼ਿਸ਼ ਕਰਨੀ ਹੈ ਘੱਟੋ ਘੱਟ ਲੋਕ ਇਕੱਠੇ ਹੋਣ, ਔਰ ਜੇ ਲੋਕਾਂ ਨੂੰ ਜੇ ਨਾਲ ਆ ਕੇ ਕੰਮ ਕਰਨਾ ਹੈ ਤਾਂ ਉਹਨਾਂ ਦੇ ਵਿਚਕਾਰ ਸਮਾਜਿਕ ਦੂਰੀ, ਸੋਸ਼ਲ ਡਿਸਟੈਂਸ ਬਣਾ ਕੇ ਰੱਖਣੀ ਹੈ, ਜਿਹੜੀ ਘੱਟੋ ਘੱਟ 1 ਮੀਟਰ ਹੋਵੇ। ਇਸ ਤੋਂ ਬਾਅਦ ਆਪਾਂ ਨੂੰ ਇਹ ਵੀ ਧਿਆਨ ਰੱਖਣਾ ਹੈ ਕਿ ਜਿਸ ਦੌਰਾਨ ਇਹ ਸਾਰੇ ਘਰ ਤੋਂ ਬਾਹਰ ਨਿਕਲਣ ਤੋਂ ਲੈ ਕੇ ਵਾਪਸ ਘਰ 'ਚ ਆਉਣ ਤੱਕ ਚਿਹਰੇ ਤੇ ਮਾਸਕ ਹੋਣਾ ਚਾਹੀਦਾ ਹੈ। ਇਹ ਮਾਸਕ ਜਿਹੜਾ ਹੈ ਇਹ ਤੁਹਾਡੀ ਨਾਕ ਤੇ ਮੂੰਹ ਨੂੰ ਪੂਰਾ ਤਰੀਕੇ ਨਾਲ ਢੱਕਿਆ ਰੱਖਣ ਵਾਲਾ ਹੋਣਾ ਚਾਹੀਦਾ ਹੈ। ਜ਼ਰੂਰੀ ਨਹੀਂ ਹੈ ਕਿ ਇਹ ਜਿਹੜਾ ਤੁਹਾਡਾ ਟ੍ਰਿਪਲ ਲੇਅਰ ਮਾਸਕ ਹੋਏ, ਇਹ ਸਿੰਪਲ ਘਰ ਦਾ ਬਣਿਆ ਹੋਇਆ ਸੂਤੀ ਕੱਪੜੇ ਦਾ ਮਾਸਕ ਹੋ ਸਕਦਾ ਹੈ, ਪਰ ਫਿਰ ਇਹ ਧਿਆਨ ਰੱਖਣਾ ਹੈ ਕਿ ਰੋਜ਼ਾਨਾ ਇਹਨੂੰ ਇਸਤੇਮਾਲ ਤੋਂ ਬਾਅਦ ਤੁਸੀਂ ਸਾਬਣ ਨਾਲ ਧੋ ਕੇ ਪ੍ਰੋਪਰਲੀ ਧੁੱਪ 'ਚ ਪਾ ਕੇ ਸੁਖਾ ਕੇ ਫਿਰ ਅਗਲੇ ਦਿਨ ਤੁਸੀਂ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਆਪਣੇ ਹੱਥਾਂ ਦੀ ਸਾਫ਼ ਸਫਾਈ ਦਾ ਖਾਸ ਧਿਆਨ ਰੱਖਣਾ ਹੈ। ਇਹ ਹੱਥਾਂ ਦੀ ਸਾਫ਼ ਸਫਾਈ ਲਈ ਅਸੀਂ ਸਾਬਣ ਯੂਜ਼ ਕਰ ਸਕਦੇ ਹਾਂ। ਇੱਥੇ ਧਿਆਨ ਰੱਖਣਾ ਜ਼ਰੂਰੀ ਹੈ ਕਿ ਜਿਹੜਾ ਸਾਬਣ ਦੇ ਨਾਲ ਹੱਥ ਧੋਣਾ ਹੈ ਇਹ ਪ੍ਰੋਪਰ ਚੰਗੇ ਤਰੀਕੇ ਨਾਲ ਪੂਰਾ ਹਥੇਲੀਆਂ ਦੇ ਪਿੱਛੇ ਤੋਂ ਉਂਗਲੀਆਂ ਦੇ ਵਿਚਕਾਰ ਤੋਂ ਸਾਰਾ ਪ੍ਰੋਪਰਲੀ ਧੋਣੀ ਹੈ। 40 ਸੈਕਿੰਡ ਘੱਟੋ ਘੱਟ ਇਹ ਜਿਹੜੀ ਹੈ ਸਾਬਣ ਦੇ ਨਾਲ ਆਪਣੇ ਹੱਥ ਧੁਲਣੇ ਚਾਹੀਦੇ ਹਨ, ਤਾਂ ਹੀ ਇਹ ਵਾਇਰਸ ਮਰ ਸਕਦਾ ਹੈ। ਜੇ ਵਾਇਰਸ ਨਾ ਹੋਏ ਤਾਂ ਆਪਣੇ ਕੋਲ ਸਾਬਣ ਨਾ ਹੋਵੇ ਤਾਂ ਆਪਾਂ ਇਹਨੂੰ ਸੈਨੀਟਾਈਜ਼ਰ ਦੇ ਰਾਹੀਂ ਵੀ ਆਪਣੇ ਹੱਥਾਂ ਦੀ ਸਫਾਈ ਕਰ ਸਕਦੇ ਹਾਂ। ਪਰ ਇੱਥੇ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਜਿਹੜਾ ਵੀ ਸੈਨੀਟਾਈਜ਼ਰ ਹੈ ਉੱਤੇ ਐਲਕੋਹਲ ਬੇਸਡ ਹੋਣਾ ਚਾਹੀਦਾ ਇੱਕ ਤੋਂ, ਤੇ ਉਹਦੇ ਵਿੱਚ ਆਪਣੇ ਕੋਲ ਘੱਟੋ ਘੱਟ 70% ਇਥਾਈਲ ਐਲਕੋਹਲ ਹੋਣਾ ਜ਼ਰੂਰੀ ਹੈ, ਲਾਜ਼ਮੀ ਹੈ। ਇਸ ਤੋਂ ਇਲਾਵਾ ਜਾਣ ਪਛਾਣ ਦੇ ਲੋਕਾਂ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਬੰਦੇ ਨੂੰ ਜੇ ਕੋਈ ਕਰੋਨਾ ਦੇ ਲੱਛਣ ਦਿਖਣ, ਜਿਵੇਂ ਕਿ ਖੰਘ, ਬੁਖਾਰ, ਤਾਂ ਉਹਨਾਂ ਨੇ ਨੀਅਰੈਸਟ ਜਿਹੜਾ ਵੀ ਆਪਣਾ ਸਰਕਾਰੀ ਹਸਪਤਾਲ ਹੈ ਉੱਥੇ ਜਾ ਕੇ ਆਪਣਾ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਅੱਗੇ ਜਿਹੜੀ ਵੀ ਸਿਹਤ ਵਿਭਾਗ ਦੀ ਹਦਾਇਤਾਂ ਹੈ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਇੱਕ ਜਨਰਲ ਹਦਾਇਤਾਂ ਹੈ ਕਿ ਜਦੋਂ ਵੀ ਆਪਾਂ ਕਿਸੇ ਚੀਜ਼ ਨੂੰ ਸਤਹ ਨੂੰ ਛੂੰਹਦੇ ਹਾਂ ਜਿਹੜੀ ਕਿ ਓਪਨ 'ਚ ਪਈ ਵੀ ਹੋਵੇ, ਉਹਦੇ ਬਾਅਦ ਆਪਣੇ ਹੱਥਾਂ ਨੂੰ ਸਾਫ਼ ਕਰਨਾ ਜ਼ਰੂਰੀ, ਲਾਜ਼ਮੀ ਤੌਰ ਤੇ ਯਾਦ ਰੱਖਣਾ ਚਾਹੀਦਾ ਹੈ। ਹੁਣ ਕਿਸਾਨ ਭਰਾਵਾਂ ਦੇ ਲਈ ਕੁਝ ਇੱਕ ਸਪੈਸ਼ਲ ਹਦਾਇਤਾਂ ਹੈ ਕਿ ਜਿਵੇਂ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੀ ਉਹਨੀ ਵਾਢੀ ਕਰਵਾਉਣੀ ਹੈ ਉਹਦੇ 'ਚ ਮਸ਼ੀਨਾਂ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕੀਤੀ ਜਾਵੇ, ਲੋਕਾਂ ਦੀ ਵਰਤੋਂ ਘੱਟ ਕੀਤੀ ਜਾਵੇ। ਜੇ ਕਿਸੇ ਕਾਰਨਵਸ਼ ਮਸ਼ੀਨ ਦੀ ਥਾਂ ਤੇ ਲੋਕਾਂ ਦੀ ਇਸਤੇਮਾਲ ਦੀ ਜ਼ਰੂਰਤ ਹੈ, ਉਹਨਾਂ ਨੂੰ ਮਦਦ ਦੀ ਜ਼ਰੂਰਤ ਹੈ, ਤਾਂ ਧਿਆਨ ਰੱਖਿਆ ਜਾਵੇ ਕਿ ਉਹ 1 ਮੀਟਰ ਦੀ ਘੱਟੋ ਘੱਟ ਡਿਸਟੈਂਸ ਆਪਣੇ ਵਿਚਕਾਰ ਬਣਾ ਕੇ ਰੱਖਣ। ਇਹਦੇ 'ਚ ਇਹ ਵੀ ਧਿਆਨ ਰੱਖਣਾ ਹੈ ਕਿ ਜਿਹੜੇ ਲੋਕਾਂ ਨੂੰ ਤੁਸੀਂ ਕੰਮ ਤੇ ਲਾ ਰਹੇ ਹੋ ਉਹਨਾਂ 'ਚ ਕੋਈ ਕਿਸੇ ਤਰ੍ਹਾਂ ਦਾ ਕਰੋਨਾ ਦਾ ਲੱਛਣ ਨਹੀਂ ਹੋਣਾ ਚਾਹੀਦਾ। ਜੇ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਕੋਈ ਲੱਛਣ ਹੈ ਤਾਂ ਨੀਅਰੈਸਟ ਜਿਹੜਾ ਵੀ ਨੇੜੇ ਦਾ ਤੁਹਾਡਾ ਸਰਕਾਰੀ ਹਸਪੀਟਲ ਹੈ ਉੱਥੇ ਉਹਨਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ। ਫਸਲ ਨੂੰ ਸਾਫ਼ ਸਫਾਈ ਲਈ ਛੋਟੇ ਛੋਟੇ ਢੇਰਾਂ ਵਿੱਚ 3-4 ਫੁੱਟ ਦੀ ਦੂਰੀ ਰੱਖੀ ਆਪਾਂ ਨੂੰ ਉਹਦੀ ਸਫਾਈ ਕਰਨੀ ਹੈ ਅਤੇ 1-1.5 ਤੋਂ ਸਿਰਫ 1-2 ਲੋਕਾਂ ਦੀ ਸਫਾਈ ਦੀ ਡਿਊਟੀ ਆਪਾਂ ਲਾਉਣੀ ਹੈ। ਟਰਾਂਸਪੋਰਟ ਦੇ ਲਈ ਇਸਤੇਮਾਲ ਹੋਣ ਵਾਲੇ ਵਾਹਨ, ਬਾਰਦਾਨਾ ਅਤੇ ਪੈਕਿੰਗ ਦਾ ਸਾਰਾ ਸਮਾਨ ਸੈਨੀਟਾਈਜ਼ ਕਰਨਾ ਹੈ। ਕੰਬਾਈਨ ਆਪਰੇਟਰਾਂ ਦੇ ਲਈ ਖਾਸ ਜਿਹੜੀ ਗੱਲ ਸਰਕਾਰ ਉਹਨਾਂ ਨੂੰ ਦੱਸਣਾ ਚਾਹੁੰਦੀ ਹੈ ਉਹ ਇਹ ਹੈ ਕਿ ਇੱਕ ਤਾਂ ਵਾਹਨ ਦੇ ਅੰਦਰ ਉਹਨਾਂ ਨੂੰ ਖਾਣਾ ਨਹੀਂ ਖਾਣਾ ਚਾਹੀਦਾ। ਦੂਜੀ ਗੱਲ ਹੈ ਕਿ ਆਪਣੇ ਸਮਾਨ ਨੂੰ ਚੜਾਉਣ ਅਤੇ ਉਤਰਾਉਣ ਸਮਾਂ ਉਹਨਾਂ ਨੇ ਡਿਸਪੋਜ਼ੇਬਲ ਦਸਤਾਨੇ ਹੱਥਾਂ 'ਚ ਪਾਣੇ ਹੈ ਔਰ ਉਹਦੇ ਬਾਅਦ ਜਦੋਂ ਕੰਮ ਖਤਮ ਹੋ ਜਾਂਦਾ ਉਹਦੇ ਬਾਅਦ ਉਹ ਦਸਤਾਨੇ ਉਹਨਾਂ ਨੇ ਲਾ ਦੇਣੇ। ਡਰਾਈਵਰ ਤੇ ਜਿਹੜਾ ਆਪਣਾ ਉਹਦਾ ਸਹਾਇਕ ਹੈ, ਜਦੋਂ ਉਹ ਵਾਹਨ 'ਚ ਬੈਠੇ ਉਹਨਾਂ 'ਚ ਵਿਚਕਾਰ ਵੀ ਉਹਨਾਂ ਨੇ ਦੂਰੀ ਮੇਨਟੇਨ ਕਰਕੇ ਰੱਖਣੀ ਹੈ, ਨੇੜੇ ਨਹੀਂ ਬੈਠਣਾ। ਇਸ ਤੋਂ ਇਲਾਵਾ ਕੰਬਾਈਨ ਨੂੰ ਜਿੱਥੇ ਜ਼ਰੂਰੀ ਨਾ ਹੋਵੇ ਬੇਲੋਡਿੰਗ ਦੀ ਥਾਂ ਤੇ ਰੋਕਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ, ਕਿਉਂਕਿ ਉੱਥੇ ਉਤਰਨ ਤੇ ਵੀ ਕਤੋਂ ਹੀ ਹੋ ਸਕਦਾ ਹੈ ਕਿ ਤੁਹਾਨੂੰ ਕਿਤੇ ਵਾਇਰਸ ਦਾ ਇਨਫੈਕਸ਼ਨ ਹੋ ਜਾਏ। ਔਰ ਕੰਬਾਈਨ ਨੂੰ ਵੀ ਹਰ ਦਿਨ ਦੇ ਅੰਤ 'ਚ ਇਹਨਾਂ ਨੇ ਰੋਗਾਣੂ ਮੁਕਤ ਕਰਨਾ ਜ਼ਰੂਰੀ ਹੈ, ਸੈਨੀਟਾਈਜ਼ ਕਰਨਾ ਜ਼ਰੂਰੀ ਹੈ।
ਕਿਸੇ ਵੀ ਤਰ੍ਹਾਂ ਦੇ ਇਕਵਿਪਮੈਂਟ ਨੂੰ ਸੈਨੀਟਾਈਜ਼ ਕਰਨ ਦਾ ਇੱਕ ਸਿੰਪਲ ਜਿਹਾ ਤਰੀਕਾ ਹੈ, ਜਾਂ ਤਾਂ ਉਹਨੂੰ ਸਾਬਣ ਦੇ ਪਾਣੀ ਨਾਲ ਧੋ ਕੇ ਸਾਫ਼ ਕਰਕੇ ਅਸੀਂ ਰਿਬਨ ਨੂੰ ਮਾਰ ਸਕਦੇ ਹਾਂ, ਜਾਂ 1% ਸੋਡੀਅਮ ਹਾਈਪੋਕਲੋਰਾਈਡ ਸੋਲੂਸ਼ਨ ਬਣਾ ਕੇ ਉਹਦੇ ਨਾਲ ਵੀ ਜੇ ਆਪਾਂ ਉਹ ਇਕਵਿਪਮੈਂਟ ਨੂੰ ਧੋਂਦੇ ਹਾਂ ਉਸ ਦੇ ਨਾਲ ਵੀ ਜਿਹੜਾ ਤੁਹਾਡਾ ਵਾਇਰਸ ਹੈ ਉਹ ਮਰ ਜਾਂਦਾ ਹੈ। ਹੁਣ ਜਿਹੜੇ ਮਾਰਕੀਟ ਕਮੇਟੀਆਂ ਖਰੀਦ ਏਜੰਸੀਆਂ ਵਾਲੇ ਜਿਹੜੇ ਆਪਣਾ ਕਰਮਚਾਰੀ ਹੈ ਉਹਨਾਂ ਦੇ ਲਈ ਸਿੰਪਲ ਰਿਕੁਐਸਟ ਹੈਗੀ ਕਿ ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਥਰਮਲ ਸਕੈਨਰਸ ਦੀ ਵਰਤੋਂ ਕਰਕੇ ਲੋਕਾਂ ਦੇ ਵਿਚਕਾਰ ਤੇਜ਼ ਬੁਖਾਰ ਦੇ ਲੱਛਣਾਂ ਦੀ ਉਹਨਾਂ ਨੂੰ ਆਈਡੈਂਟੀਫਾਈ ਕਰਨਾ, ਉਹਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੇ ਇਸ ਤਰ੍ਹਾਂ ਦੇ ਜਿਹੜਾ ਕੋਈ ਭਰਾ ਸਾਡੇ ਸਾਹਮਣੇ ਆਂਦਾ ਹੈ ਉਹਨੂੰ ਉਹਨਾਂ ਨੇ ਨੇੜੇ ਦੇ ਸਭ ਤੋਂ ਹਸਪੀਟਲ ਲੈ ਜਾ ਕੇ ਉਹਨਾਂ ਨੂੰ ਦਾਖਲ ਕਰਵਾਉਣ ਤੋਂ ਪਹਿਲਾਂ ਇੱਕ ਵਾਰ ਚੈੱਕ ਕਰਵਾ ਲੈਣ ਤੇ ਜ਼ਰੂਰਤ ਪੜੇ ਤਾਂ ਦਾਖਲ ਕਰਵਾਉਣ। ਅੜਤੀ ਭਰਾ ਤੋਲੇ ਖਰੀਦਦਾਰ ਇਦਾਂ ਨੂੰ ਸਾਰਿਆਂ ਨੂੰ ਰਿਕੁਐਸਟ ਕੀਤੀ ਜਾਂਦੀ ਕਿ ਜਿਹੜੀ ਜਨਰਲ ਹਦਾਇਤ ਆਪ ਜੀ ਨੂੰ ਦਿੱਤੀ ਗਈ ਹੈ ਸਮਾਜਿਕ ਦੂਰੀ ਬਣਾਉਣ ਦੀ ਤੇ ਹੋਰ ਮਾਸਕ ਦੀ, ਹੱਥ ਤੇ ਸਾਫ਼ ਸਫਾਈ ਦੀ, ਉਹ ਧਿਆਨ ਰੱਖੀ ਜਾਵੇ। ਤੇ ਇਹ ਵੀ ਰਿਕੁਐਸਟ ਕੀਤੀ ਜਾਂਦੀ ਸਾਰੇ ਲੋਕਾਂ ਨੂੰ ਕਿ ਕਿਤੇ ਵੀ ਕਰੰਸੀ ਨੋਟਾਂ ਦੀ ਜੇ ਵਰਤੋਂ ਕਰਦੇ ਆ ਤਾਂ ਉਹਦੇ ਬਾਅਦ ਹੱਥਾਂ ਨੂੰ ਸਾਫ਼ ਕਰਨਾ ਜ਼ਰੂਰੀ ਤੌਰ ਤੇ ਲਾਜ਼ਮੀ ਤੌਰ ਤੇ ਯਾਦ ਰੱਖਿਆ ਜਾਵੇ। ਮੈਂ ਪੂਰੀ ਆਸ਼ਾ ਕਰਦਾ ਹਾਂ ਕਿ ਇਹ ਸਾਰੀ ਗੱਲਾਂ ਜੇ ਆਪਾਂ ਧਿਆਨ ਰੱਖਾਂਗੇ ਤਾਂ ਜਿਹੜੀ ਇਹ ਕਣਕ ਦੀ ਖਰੀਦ ਹੈ ਇਹ ਨਿਰਵਿਘਨ ਤੌਰ ਤੇ ਔਰ ਬਿਨਾਂ ਕੋਰੋਨਾ ਵਾਇਰਸ ਦੇ ਡਰ ਦੇ ਆਪਾਂ ਕਰ ਸਕਾਂਗੇ। ਧੰਨਵਾਦ।